ਸਾਹਿਬ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ। ਪਰਮ ਸਤਿਕਾਰਯੋਗ ਤਨ ਤਨ ਗੁਰਦੇਵ ਮਹਾਰਾਜ ਜੀ ਕੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਪਿਆਰੇ ਸਤ ਸੰਗਤ ਜੀਓ, ਅਤੇ ਜਿੱਥੋਂ ਤੱਕ ਦਾਸ ਦੀ ਆਵਾਜ਼ ਪਹੁੰਚ ਰਹੀ ਹੈ, ਸਭ ਨੂੰ ਪਿਆਰ ਭਰੀ ਜੈ ਗੁਰਦੇਵ, ਜੈ ਸ਼੍ਰੀ ਗੁਰੂ ਰਵਿਦਾਸ। ਰਾਗ ਸੋਰਠ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਲ ਕੇ ਭੇਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਜਲ ਕੇ ਭੇਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜ ਬੈਠੀ ਗੁਰੂ ਪਿਆਰੀ ਸਤ ਸੰਗਤ ਜੀਓ, ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ। ਪਾਠੀ ਸਾਹਿਬ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਸ਼ਬਦ ਲਿਆ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਬਚਾਰ। ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਕਹਿਤੀ ਹੈ, ਜਿਸ ਗੱਲ ਦੇ ਉੱਪਰ ਅੱਜ ਦਾ ਵਿਗਿਆਨਕ ਬੜਾ ਚਿੰਤਾ 'ਚ ਪਿਆ ਹੋਇਆ ਹੈ। ਜਿਸ ਤਰ੍ਹਾਂ ਬਾਰ-ਬਾਰ ਗੱਲ ਕਹੀ ਜਾਂਦੀ ਹੈ ਕਿ ਪਾਣੀ ਦੀ ਸੰਭਾਲ ਕਰੋ, ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਵਾਰ ਜਿਹੜੀ ਹੈ ਪਾਣੀ ਤੋਂ ਹੀ ਨਾ ਹੋ ਜਾਏ,
क्योंकि पानी की कमी आ रही है। असी देखते हाँ पठानकोट की ही जेकर गल लईए तो जदों असी नवे नवे आए तो बरसात दिनां च जो आश्रम च खूह सी ते वो इतना पानी ऊपर आ जाता कि वैसे ही हथ नाल असी पानी बाल्टी भर लेंदे सी, रस्सी की भी जरूरत नहीं सी। आस्ता आस्ता पानी थल्ले चला गया, खूहा सुक गया, फिर सोटा विच खूहा बनाया, फिर उहदे च बोर करवाया, फिर बोर भी सुक गया, नवा बोर कराउणा पिया दूसरी जगह ते। पता नहीं कितना पानी थल्ले चला गया कुछ ही सालां च। जिस गल ते अज विग्यानक चिंता कर रहे है, गुरु जी ने यह गल 600 साल पहला कहती सी कि यह इंसान तुहाडा जो जीवन है दो सहारियां ते खड़ा है, जल और हवा दे उपर। इनू दुस्त होने तो रोको। जल की पीत पवन का थंबा। गुरु जी कहते ने ये जीवन दो सहारियां ते खड़ा है, जल दियां इनू दीवारां लगियां हुईयां हन और हवा दा इनू थम लगा होया है। अगर किसी बिल्डिंग दे थम कढ़ दिते जान तो भी बिल्डिंग डिग जाती है, अगर दीवारां कढ़ दित्तियां जान तो भी बिल्डिंग डिग जाती है। बिल्डिंग नूं खड़े रखण दे लई दोनों ही चीज़ां दी जरूरत है, हवा दी भी, दीवारां दी भी और थम्मा दी भी। इसी तरह जीवन नूं बरकरार रखण दे लई दो चीज़ां दा अहम रोल है, हवा दा और पानी दा। अगर पानी ना रहेगा तो भी इस सृष्टि एक चट्टान हो जाएगी, अगर हवा ना रहेगी तो भी एक चट्टान की तरह हो जाएगी। गुरु प्यारी सत संगत जीओ, ये जितने पंछी है, जितने जानवर है, हरियावल है, ये पानी और हवा करके ही है। हवा ते पानी ना होएगा तो ये धरती एक चट्टान बन के रह जाएगी। जदों पहली बारी विग्यानक चंद्रमा ते गए हन ते उन्होंने उथों दियां जो फोटोग्राफरी लियांदी ते साथ उथों दी मिट्टी लियांदी, रेत जन सी। उन्होंने दसिया कि वो एक चट्टान ही है, कोई उत्थे हरियावल नहीं है, कोई उत्थे पशु नहीं है, कोई उत्थे पंछी नहीं है। क्यों? क्योंकि चंद्रमे के ऊपर पानी नहीं है। गुरु प्यारी सत संगत जीओ, गुरु जी अपनी बाणी दे विच कहंदे हन कि ये दो चीज़ां दी संभाल बहुत जरूरी है, हवा दी भी और पानी दी भी। हवा नूं दुस्त होण तो रोको। अज जो भी बीमारियां आ रही ने, इंसान ने अपने सानो शौकत दे लई जंगलां दे जंगल कट दिते, वधिया वधिया फर्नीचर बनाया, वड वड्डियां बिल्डिंगां खड़ियां कीतियां, कुदरती सोमिਆਂ ਨੂੰ नष्ट किया।
ਉਹੀ ਦੁੱਖ ਦਾ ਕਾਰਨ ਬਣਦਾ ਜਾ ਰਹਾ। ਸੋ ਸਤਿਗੁਰ ਜੀ ਕਹਿ ਰਹੇ ਨੇ ਕਿ ਇਹ ਇਨਸਾਨ ਤੇਰੇ ਜੀਵਨ ਦੀਆਂ ਜਲ ਦੀਆਂ ਦੀਵਾਰਾਂ ਬਣੀਆਂ, ਹਵਾ ਦਾ ਇਹਨੂੰ ਥੰਮ ਲਾਇਆ ਤੇ ਰਕਤ ਬੂੰਦ ਕਾ ਗਾਰਾ, ਰਕਤ ਮਾਂ ਦਾ ਖੂਨ, ਬੂੰਦ ਪਿਤਾ ਦਾ ਬਿੰਦ, ਇਹਦਾ ਇਹਨੂੰ ਗਾਰਾ ਲੱਗਾ। ਹਾਡ ਮਾਸ ਨਾੜੀ ਕੋ ਪਿੰਜਰ, ਤੇ ਫਿਰ ਹੱਡੀਆਂ ਮਾਸ ਨਾੜੀਆਂ ਦਾ ਇਹ ਪਿੰਜਰਾ ਬਣਿਆ ਤੇ ਵਿੱਚ ਪੰਖੀ ਬਸੇ ਵਿਚਾਰਾ, ਤੇ ਇਹਦੇ ਵਿੱਚ ਰੂਹ ਰੂਪੀ ਪੰਖੀ ਨੂੰ ਰੱਖ ਦਿੱਤਾ ਗਿਆ। ਅੱਜ ਦਾ ਵਿਗਿਆਨਕ ਇਹ ਗੱਲ ਕਹਿੰਦਾ ਕਿ ਪੰਛੀ ਨਾਂ ਦੀ ਕੋਈ ਚੀਜ਼ ਨਹੀਂ, ਰੂਹ ਨਾਂ ਦੀ ਕੋਈ ਚੀਜ਼ ਨਹੀਂ ਹੈ। ਕੇਵਲ ਇਨਸਾਨ ਦੇ ਵਿੱਚੋਂ ਥੋੜੇ ਤੱਤ ਮੁੱਕ ਜਾਂਦੇ ਹਨ ਤੇ ਕਹਿ ਦਿੱਤਾ ਜਾਂਦਾ ਹੈ ਬੰਦਾ ਮਰ ਗਿਆ। ਪਰ ਸਤਿਗੁਰ ਰਵਿਦਾਸ ਜੀ ਦੀ ਬਾਣੀ ਚ ਆਇਆ ਕਿ ਨਹੀਂ, ਇਹਦੇ ਚ ਪੰਖੀ ਰੱਖਿਆ ਗਿਆ। ਜਦੋਂ ਬੰਦਾ ਮਰਦਾ ਤਾਂ ਪੰਖੀ ਨਿਕਲਦਾ, ਬਾਕੀ ਪਿੰਜਰਾ ਇੱਥੇ ਹੀ ਹੁੰਦਾ। ਤੋ ਇਸ ਗੱਲ ਦੀ ਪੁਸ਼ਟੀ ਕਰਨ ਲਈ ਜਦੋਂ ਵਿਗਿਆਨਕਾਂ ਨੇ ਜਦੋਂ ਇਹਦੇ ਤੇ ਅੰਤ ਸਮਾਇਆ ਕਿਸੇ ਤੇ, ਉਹਨੂੰ ਸ਼ੀਸ਼ੇ ਦੇ ਕੈਬਨ ਚ ਰੱਖਿਆ, ਤਾਂ ਕਹਿੰਦੀ ਸ਼ੀਸ਼ੇ ਦਾ ਕੈਬਨ ਕਰੈਕ ਹੋ ਗਿਆ, ਪਤਾ ਚੱਲ ਗਿਆ ਕਿ ਇਹਦੇ ਚ ਕੋਈ ਪਾਵਰ ਨਿਕਲੀ ਹੈ। ਇਸੇ ਤਰ੍ਹਾਂ ਕੁਝ ਲੋਕਾਂ ਨਾਲ ਉਹ ਮਿਲੇ। USA ਦੀ ਨਿਊਜ਼ ਇੱਕ ਵਾਰੀ ਆਈ ਸੀ, ਜੋ ਪਿਛਲੇ ਜਨਮ ਦਾ ਹਾਲ ਦੱਸਦੇ ਸਨ। ਤਾਂ ਵਿਗਿਆਨਕਾਂ ਨੂੰ ਇਹ ਗੱਲ ਤੇ ਸੋਚਣਾ ਪੈ ਗਿਆ ਕਿ ਵਾਕਿਆ ਰੂਹ ਨਾਂ ਦੀ ਕੋਈ ਚੀਜ਼ ਹੈ ਜੋ ਦੂਸਰੇ ਜਾਮੇ ਵਿੱਚ ਜਾਂਦੀ ਹੈ, ਨਹੀਂ ਤੇ ਉਹਨੂੰ ਪਹਿਲੇ ਜਨਮ ਦਾ ਕੀ ਮਾਲੂਮ ਹੋ ਸਕਦਾ। ਇਹਦਾ ਮਤਲਬ ਕੋਈ ਪਾਵਰ ਹੈ। ਉਹ ਪਾਵਰ ਨੂੰ ਅੱਜ ਤੱਕ ਲੱਭਦੇ ਰਹੇ ਨੇ, ਪਕੜਨਾ ਚਾਹੁੰਦੇ ਨੇ, ਪਰ ਵਿਗਿਆਨਕਾਂ ਨੂੰ ਅਜੇ ਤੱਕ ਉਹ ਪਾਵਰ ਹੱਥ ਨਹੀਂ ਆਈ। ਇਸੇ ਕਰਕੇ ਕਈ ਵਿਗਿਆਨਕ ਇਹੋ ਹੀ ਕਹਿ ਦਿੰਦੇ ਨੇ ਕਿ ਇਹ ਕੋਈ ਚੀਜ਼ ਨਹੀਂ, ਇਹ ਕੁਦਰਤੀ ਹੈ। ਸਾਰਾ ਹੈ ਤਾਂ ਕੁਦਰਤੀ, ਪਰ ਇਹਨੂੰ ਕੋਈ ਚਲਾ ਤਾਂ ਰਹਾ ਹੈ ਨਾ ਪੂਰੇ ਢਾਂਚੇ ਨੂੰ, ਇਸ ਸਿਸਟਮ ਨੂੰ। ਇਹਦੇ ਮਗਰ ਕੋਈ ਪਾਵਰ ਹੈ ਜੋ ਸਾਰੀ ਚੀਜ਼ ਨੂੰ ਚਲਾ ਰਹੀ ਹੈ। ਤੋ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰ ਜੀ ਕਹਿੰਦੇ ਨੇ ਇਹ ਜਿਹੜਾ ਪੰਖੀ ਇਹਦੇ ਵਿੱਚ ਰਹਿ ਰਿਹਾ ਹੈ ਨਾ, ਇਹਨੇ ਇਹਦੇ ਚ ਸਦੀਵੀ ਨਹੀਂ ਰਹਿਣਾ, ਇਹਨੇ ਇਹਦੇ ਚੋਂ ਇੱਕ ਦਿਨ ਉੱਡ ਜਾਣਾ ਹੈ। ਪਾਤਸ਼ਾਹ ਜੀ ਨੇ ਆਪਣੀ ਬਾਣੀ ਚ ਬੜਾ ਸੁੰਦਰ ਅੱਗੇ ਆਉਂ ਫਰਮਾਇਆ ਹੈ, ਪੁਰਾਣੀ ਕਿਆ ਮੇਰਾ ਕਿਆ ਤੇਰਾ, जैसे तरवर पंख बसेरा, प्राणी क्या मेरा क्या तेरा, जैसे तरवर पंख बसेरा, रहाओ। सतगुरु जी कह रहे ने प्राणी क्या तेरा क्या मेरा, जैसे तरवर पंख बसेरा। अजीब
ਇਹ ਤੇਰਾ ਨਹੀਂ ਹੈ, ਇਹ ਮੇਰਾ ਨਹੀਂ ਹੈ, ਇਸ ਤਰ੍ਹਾਂ ਹੈ। ਜਿਸ ਤਰ੍ਹਾਂ ਇੱਕ ਪੰਛੀ ਉੱਡਦਾ ਜਾ ਰਿਹਾ ਹੁੰਦਾ ਔਰ ਉਸ ਨੂੰ ਅਚਾਨਕ ਹੀ ਰਾਤ ਪੈ ਜਾਂਦੀ ਹੈ, ਉਹ ਰਾਤ ਕੱਟਣ ਵਾਸਤੇ ਕਿਸੇ ਤਰਵਰ ਤੇ ਬੈਠ ਜਾਂਦਾ, ਦਰਖਤ ਤੇ ਬੈਠ ਜਾਂਦਾ। ਹੁਣ ਉਹ ਦਰਖਤ ਸੋਚੇ, ਉਹ ਪੰਛੀ ਸੋਚੇ ਕਿ ਇਸ ਪੰਛੀ ਨੇ ਮੇਰੇ ਤੇ ਸਦਾ ਬੈਠੇ ਰਹਿਣਾ, ਤਾਂ ਇਹ ਸੋਚਣਾ ਉਹਦਾ ਗਲਤ ਹੈ। ਉਹ ਕੇਵਲ ਤੇ ਕੇਵਲ ਰਾਤ ਕੱਟਣ ਆਇਆ ਹੋਇਆ ਹੈ। ਜਦੋਂ ਸੁਬਹ ਹੋਣੀ ਹੈ, ਉਸ ਪੰਛੀ ਨੇ ਉਹਦੇ ਤੋਂ ਉੱਡ ਜਾਣਾ ਹੈ। ਇਸੇ ਤਰ੍ਹਾਂ ਸਾਡਾ ਜੋ ਰੂਹ ਰੂਪੀ ਪੰਛੀ ਹੈ, ਇਸ ਸਰੀਰ ਰੂਪੀ ਦਰਖਤ ਦੇ ਉੱਪਰ ਜ਼ਿੰਦਗੀ ਰੂਪੀ ਰਾਤ ਕੱਟਣ ਆਇਆ ਹੋਇਆ ਹੈ। ਜਦੋਂ ਇਹ ਜ਼ਿੰਦਗੀ ਰੂਪੀ ਰਾਤ ਨੇ ਖਤਮ ਹੋ ਜਾਣਾ ਹੈ, ਇਹ ਰੂਹ ਰੂਪੀ ਪੰਛੀ ਨੇ ਇਹਦੇ ਤੋਂ ਉੱਡ ਜਾਣਾ ਹੈ। ਇਹਨੇ ਸਦਾ ਇਹਦੇ ਤੇ ਨਹੀਂ ਰਹਿਣਾ। ਇਹ ਕਦੇ ਨਹੀਂ ਸੋਚਣਾ ਕਿ ਪੰਛੀ ਇਹਦੇ 'ਚ ਰਹੇਗਾ ਨਹੀਂ ਰਹੇਗਾ। ਇੱਕ ਦਿਨ ਇਹਦੇ ਤੋਂ ਉੱਡਣਾ ਹੀ ਉੱਡਣਾ ਹੈ। ਇੱਕ ਦਿਨ ਇਸ ਨੇ ਪੰਛੀ ਨੇ ਇਹਦੇ ਤੋਂ ਜਾਣਾ ਹੀ ਜਾਣਾ ਹੈ। ਇਹ ਕੋਈ ਵੀ ਐਸਾ ਅੱਜ ਤੱਕ ਸਬੂਤ ਨਹੀਂ ਮਿਲਿਆ ਕਿ ਇਹ ਜਿਹੜਾ ਪੰਛੀ ਹੈ ਇਹਦੇ 'ਚ ਕੈਦ ਬਣਿਆ ਰਹੇ। ਔਰ ਪਤਾ ਨਹੀਂ ਹੈ ਉਹ ਟਾਈਮ, ਉਹ ਸਮਾਂ ਕਦੋਂ ਆ ਜਾਣਾ ਹੈ। ਮੌਤ ਦਾ ਕੋਈ ਸਮੇਂ ਨਿਸ਼ਚਿਤ ਨਹੀਂ ਹੈ। ਉਹ ਕਦੀ ਵੀ ਕਿਸੇ ਵੀ ਟਾਈਮ ਆ ਸਕਦੀ ਹੈ। ਇਸ ਕਰਕੇ ਸਤਿਗੁਰੂ ਜੀ ਇਸ ਮਨੁੱਖ ਨੂੰ ਸਮਝਾਉਂਦੇ ਹਨ ਕਿ ਇਹ ਇਨਸਾਨ, ਉਹ ਕਦੇ ਵੀ ਤੇਰੇ ਤੇ ਟਾਈਮ ਆ ਸਕਦਾ ਹੈ। ਤੂੰ ਆਪਣੇ ਜੀਵਨ ਨੂੰ ਸਵਾਰਨਾ ਹੋਏਗਾ, ਆਪਣੇ ਜੀਵਨ ਨੂੰ ਸਫਲਾ ਬਣਾਉਣਾ ਹੋਏਗਾ। ਗੁਰੂ ਪਾਤਸ਼ਾਹ ਜੀ ਇਸ ਮਨੁੱਖ ਨੂੰ ਸਮਝਾਉਂਦੇ ਹੋਏ ਆਪਣੀ ਪਵਿੱਤਰ ਬਾਣੀ 'ਚ ਅੱਗੇ ਆਉਂ ਫਰਮਾਉਂਦੇ ਹਨ। ਰੱਖੋ ਕੰਦ ਉਸਾਰੋ ਨੀਵਾ, ਸਾਡੇ ਤੀਨ ਹੱਥ ਤੇਰੀ ਸੇਵਾ, ਰੱਖੋ ਕੰਦ ਉਸਾਰੋ ਨੀਵਾ, ਸਾਡੇ ਤੀਨ ਹੱਥ ਤੇਰੀ ਸੇਵਾ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਦੁਨੀਆ ਆਖਰ ਛੱਡਣੀ ਹੈ, ਲੇਕਿਨ ਜੋ ਵੀ ਸਾਡਾ ਇਹ ਜੀਵਨ ਹੈ, ਜਿਤਨੀ ਦੇਰ ਤੱਕ ਸਾਡੀ ਜ਼ਿੰਦਗੀ ਹੈ, ਇਹ ਜੀਵਨ ਨਿਰਵਾਹ ਕਰਨ ਦੇ ਲਈ ਮਨੁੱਖ ਨੂੰ 3 ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਉਹ ਹਨ ਕੁੱਲੀ, ਗੁੱਲੀ ਤੇ ਜੁੱਲੀ।
ਕੁੱਲੀ ਰਹਿਣ ਵਾਸਤੇ ਘਰ, ਗੁੱਲੀ ਖਾਣ ਵਾਸਤੇ ਰੋਟੀ ਤੇ ਜੁੱਲੀ ਪਹਿਨਣ ਲਈ ਕੱਪੜਾ। ਮਾਲਕ ਕਿਰਪਾ ਕਰੇ ਸਭਨਾਂ ਦੇ ਕੋਲੇ ਆਪਣਾ ਹੋਵੇ, ਕੁੱਲੀ ਵੀ ਆਪਣੀ ਹੋਵੇ ਤੇ ਗੁੱਲੀ ਵੀ ਹਰ ਇੱਕ ਨੂੰ ਮਿਲੇ ਤੇ ਜੁੱਲੀ ਵੀ ਹਰ ਇੱਕ ਨੂੰ ਮਿਲੇ। ਜਿਸ ਤਰ੍ਹਾਂ ਅੱਜ ਕੱਲ੍ਹ ਸਰਦੀ ਦਾ ਮੌਸਮ ਹੈ, ਕੱਪੜੇ ਤੋਂ ਬਿਨਾਂ ਮੁਸ਼ਕਲ ਤੇ ਹੋ ਹੀ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਤੈਨੂੰ ਕੁੱਲੀ ਦੀ ਜ਼ਰੂਰਤ ਹੈ, ਪਰ ਇਹ ਵੀ ਨਹੀਂ ਕਰਨਾ ਕਿ ਗਰੀਬਾਂ ਦੀਆਂ ਕੁੱਲੀਆਂ ਨੂੰ ਢਾਹ ਕੇ ਆਪਣਾ ਵੱਡਾ ਜਿਹਾ ਕੁੱਲ ਨਹੀਂ ਬਣਾਉਣਾ। ਤੈਨੂੰ ਜੁੱਲੀ ਦੀ ਜ਼ਰੂਰਤ ਹੈ, ਕੱਪੜੇ ਦੀ ਜ਼ਰੂਰਤ ਹੈ, ਪਰ ਕਿਸੇ ਦੇ ਉਤਾਰਨੇ ਨਹੀਂ ਹਨ। ਤੈਨੂੰ ਗੁੱਲੀ ਦੀ ਜ਼ਰੂਰਤ ਹੈ, ਰੋਟੀ ਦੀ ਜ਼ਰੂਰਤ ਹੈ, ਪਰ ਕਿਸੇ ਦੀ ਥਾਲੀ ਚੋਂ ਨਹੀਂ ਚੁੱਕਣਾ। ਸਾਡੇ ਭਾਰਤ ਦੀ ਜੋ ਮੌਜੂਦਾ ਹਾਲਾਤ ਨੇ ਇਹ ਤਾਂ ਇਹ ਨੇ ਕਿ ਗਰੀਬਾਂ ਦੀਆਂ ਕੁੱਲੀਆਂ ਢਾਹ ਦੇਵੋ, ਆਪਣੇ ਵੱਡੇ ਵੱਡੇ ਕੁੱਲ ਬਣਾ ਲੇਵੋ, ਗਰੀਬਾਂ ਦੀਆਂ ਥਾਲੀਆਂ ਨੂੰ ਚੁੱਕ ਲੋ ਤੇ ਆਪਣੀ ਭੰਡਾਰ ਭਰ ਲਵੋ। ਇਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਮੰਨ ਲਿਆ ਕਿ ਇਹ ਇਨਸਾਨ ਤੇਰੇ ਚ ਪਾਵਰ ਹੈ, ਤੂੰ ਗਰੀਬਾਂ ਦੀਆਂ ਕੁੱਲੀਆਂ ਨੂੰ ਢਾਹ ਕੇ ਆਪਣਾ ਵੱਡਾ ਜਿਹਾ ਕੁੱਲ ਬਣਾਤਾ। ਕਹਿਣ ਦਾ ਭਾਵ ਗਰੀਬਾਂ ਦੀ ਕਮਾਈ ਹੜੱਪ ਕਰਕੇ ਆਪਣੀਆਂ ਬੜੀਆਂ ਕੋਠੀਆਂ ਤੋਂ ਬਣਾ ਲਈਆਂ ਤੇ ਤਾਂ ਕੀ ਹੋਵੇਗਾ? ਆਖਰ ਸਾਡੇ 3 ਹੱਥ ਤੇਰੀ ਸੀਮਾ, ਆਖਰ ਤੇ 3.5 ਹੱਥ ਹੀ ਜਗ੍ਹਾ ਤੈਨੂੰ ਮਿਲੇਗੀ। ਸੀਮਾ ਮੜੀ ਨੂੰ ਕਹਿੰਦੇ ਹਨ। ਜਦੋਂ ਇਨਸਾਨ ਮਰ ਜਾਂਦਾ ਤਾਂ ਇਹਨੂੰ ਥੋੜੀ ਜੀ ਜਗ੍ਹਾ ਤੇ ਹੀ ਦਫਨਾਉਂਦੇ ਨੇ ਜਾਂ ਸੰਸਕਾਰ ਕਰਦੇ ਨੇ, ਤੇ ਜੀਂਦੇ ਜੀ ਵੀ ਇਨਸਾਨ 3.5 ਹੱਥ ਹੀ ਜਗ੍ਹਾ ਮਲਦਾ। ਜਦੋਂ ਇਨਸਾਨ ਆਪਣੇ ਹੱਥਾਂ ਨਾਲ ਆਪਣਾ ਸਰੀਰ ਮਿਨੇ ਕੋਣੀ ਤੋਂ ਲੈ ਕੇ ਹੱਥ ਦੀਆਂ ਉਂਗਲਾਂ ਤੱਕ, ਤੋ ਆਪਣੇ ਹੱਥ, ਇਹਨੂੰ ਹੱਥ ਕਹਿ ਦਿੰਦੇ ਨੇ, ਆਪਣੇ ਹੱਥ ਦੀ ਨਾਲ ਜਦੋਂ ਆਪਣੇ ਸਰੀਰ ਦੀ ਮਿੰਤੀ ਕਰਦਾ ਤਾਂ ਇਹ 3.5 ਹੱਥ ਹੀ ਹਰ ਇੱਕ ਦੇ ਬਣਦੇ ਨੇ। ਜ਼ਿਆਦਾ ਕੋਈ ਨਹੀਂ ਮਲਦਾ ਜਗ੍ਹਾ। ਮੰਨ ਲਿਆ ਇਨਸਾਨ ਤੋਂ ਗਰੀਬਾਂ ਦੀ ਹੱਕ ਮਾਰ ਕੇ ਕੋਠੀਆਂ ਬਣਾ ਲਈਆਂ, ਕੋਈ ਅਮਰੀਕਾ 'ਚ, ਕੋਈ ਕੈਨੇਡਾ 'ਚ, ਕੋਈ ਆਸਟ੍ਰੇਲੀਆ 'ਚ, ਕੋਈ ਇੰਗਲੈਂਡ 'ਚ, ਕੋਈ ਇੰਡੀਆ 'ਚ, ਜਾਂ ਇੰਡੀਆ ਦੇ ਵਿੱਚ ਤੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਣਾ ਲਈਆਂ, ਕੋਈ ਬੰਬੇ 'ਚ, ਕੋਈ ਮਦਰਾਸ 'ਚ, ਕੋਈ ਕਲਕੱਤੇ 'ਚ। ਤਾਂ ਕੀ ਹੋਣਾ? ਆਖਰ ਤੇ 3.5 ਹੱਥ ਤੇਰੀ ਸੀਮਾ, ਆਖਰ ਤੇ 3.5 ਹੱਥ ਜਗ੍ਹਾ 'ਚ ਹੀ ਸੌਣਾ ਹੈ ਤੂੰ। ਇਹ ਤੇ ਹੋਣਾ ਨਹੀਂ ਹੈ ਕਿ ਲੱਤਾਂ ਤੇਰੀਆਂ ਜਿਹੜੀਆਂ ਉਹ ਬੰਬੇ ਵਾਲੀ ਕੋਠੀ 'ਚ ਹੋਣਗੀਆਂ ਤੇ ਬਾਹਾਂ ਜਿਹੜੀਆਂ ਤੇਰੀਆਂ ਉਹ ਮਦਰਾਸ ਵਾਲੀ ਕੋਠੀ 'ਚ ਹੋਣਗੀਆਂ, ਤੇ ਜਿਹੜਾ ਤੇਰਾ ਗੱਦਰ ਹੈ ਉਹ ਕਲਕੱਤੇ ਵਾਲੀ ਕੋਠੀ 'ਚ ਹੋਏਗਾ। ਆਖਰ 3.5 ਹੱਥ ਜਗ੍ਹਾ ਤੇ ਸੋਣਾ। ਇੱਕ ਹੀ ਜਗ੍ਹਾ ਤੇ ਜੇ 20-25 ਕਮਰੇ ਨੇ ਕੋਠੀ ਦੇ, ਉਹਦੇ 'ਚ ਵੀ ਇੱਕੋ ਹੀ ਕਮਰੇ 'ਚ ਉਹ ਵੀ 3.5 ਹੱਥ ਇੱਕ ਨੁੱਕਰੇ ਪਿਆ ਹੋਏਗਾ। ਤੇ ਕਾਦੇ ਲਈ ਤੂੰ ਮਨੁੱਖ ਗਰੀਬਾਂ ਦੇ ਹੱਕਾਂ ਨੂੰ ਖਾ ਰਿਹਾ? ਇਸੇ ਤਰ੍ਹਾਂ ਤੂੰ ਗਰੀਬਾਂ ਦੀਆਂ ਥਾਲੀਆਂ ਚੋਂ ਚੁੱਕ ਲਿਆ, ਤੂੰ ਸੋਚੇਂਗਾ ਇਹਨਾਂ ਨੂੰ ਮੈਂ ਭੁੱਖਿਆ ਮਾਰ ਦੇਵਾਂਗਾ। ਨਹੀਂ, ਇਹ ਕੋਈ ਵੀ ਕਦੇ ਇਨਸਾਨ ਭੁੱਖਾ ਨਹੀਂ ਮਰਦਾ। ਜਦੋਂ ਵੀ ਮਰਦਾ ਜ਼ਿਆਦਾ ਖਾ ਕੇ ਹੈਜੇ ਨਾਲ ਹੀ ਮਰਦਾ। ਇਸ ਕਰਕੇ ਕੁਦਰਤੀ ਨਿਯਮ ਜਿਹੜੇ ਹੈ ਉਹਨਾਂ ਨੂੰ ਯਾਦ ਰੱਖ। ਫਿਰ ਬਾਂਕੇ ਬਾਲ ਪਾਗ ਸਿਰ ਟੇਢੀ, ਇਹ ਤਨ ਹੋਏਗੋ ਭਸਮ ਕੀ ਢੇਰੀ। ਇਹ ਇਨਸਾਨ ਆਪਣੇ ਆਪ ਨੂੰ ਸੋਹਣਾ ਦੱਸਣ ਦੇ ਲਈ ਕਈ ਤਰੀਕੇ ਦੇ
सांग बनांद है। शरीर नू साफ सुथरा रखो, पवित्र खाओ, पवित्र पहनो, पवित्र पीवो, पवित्र रहो। साफ पहनना, साफ खाना, ये साडा फर्ज बन जांदा है। साफ रहना साडा फर्ज है। सफाई खुदाई दी दूजे दर्जे दी कहंदे ने। जिथे सफाई है उत्थे ही खुदाई है। पर सतगुर जी इहदे नाल हदायत भी दिंदे ने कि एवें अपने आप नू खूबसूरत दस्सण दे लई, अपने आप नू वधिया दस्सण दे लई बिना मतबल तो टाइम नू ते पैसे नू बर्बाद ना कर। दिल्ली दी गल है, मैं जदों उत्थे गुरु रविदास मंदिर नू तोड़ दिता सरकार ने, तो काफ़ी उत्थे सानू आना जाना पिया। उत्थे सेवादारी परिवार है एक, उन्हां दा बेटा नौजवान बहुत खूबसूरत है। तो मैं जदों गया तो उहदे वाल जेड़े है वो डब खड़बे जे मैनू लब्बे। मैं कहा बेटा तेरे वाल बड़े सुंदर काले काले होया करदे सी, ये की हो गया? मैं चिंता जी आवाज़ च जदों पुछया तो माँ उहदी हस पई, कहंदी बाबा जी 2000 रुपया दिता इन्हें इहो जे कराउण लई। कहण दा भाव बिना मतबल तो टाइम नू बर्बाद करना, बिना मतबल तो पैसे नू बर्बाद करना। मैं खूबसूरत दिसा नहीं, खूबसूरती ते कर्मां नाल हुंदी है, बाहरी दिखलावे नाल नहीं। तंबूड़ी बड़ी खूबसूरत है, सोने जैसा रंग है उहदा, सैद इतनी खूबसूरती किसे नू नहीं मिली, लेकिन कर्म विचारी दा सोना नहीं है। उन्नू अगर असी अपने कमरे च देख लीए की करते हाँ, जाती झाड़ू पकड़ लवांगे जाए चप्पल पकड़ लवांगे। जितनी देर तक उन्नू असी मार नहीं दिंदे दूजी गल ही नहीं सानू सुझदी। है तो बहुत खूबसूरत सी, लेकिन कर्म खूबसूरत नहीं सी। असी कर्मां नू खूबसूरत बनाना है। जदों साडे च कर्म खूबसूरत हो जाणगे ते साडी अपने आप ही खूबसूरती हो जाएगी। सवरी कहंदे बड़ी करूप सी, लेकिन ऐसा कर्म कीता कि ओदी खूबसूरती इतनी महान हो गई कि ओदे झूठे बेर जिन्हों भगवान राम कहंदे ने उन खाधे। ऐसी खूबसूरती अपने च लियाओ, उन्हां सोने कर्मां दी, वधिया गुनां दी। गुरु जी ने कहा सी रविदास, जन्म के कारणे होत ना कोई नीच, नर को नीच कर डार है होसे कर्म की कीच। कोई भी इंसान किसी जाति च जन्म लैके नीच नहीं हुंदा, ना ही किसी जाति च जन्म लैके महान हुंदा। ये कर्मां नाल ही महान हो जांदा ते कर्मां नाल ही नीच हो जांदा। सो असी वधिया कर्म करने ने, वो गुनाह नूं ले आउणा जिदे करके साडी खूबसूरती वधे, जिदे करके असी महान होइए, ऊच होइए। पातशाह जी फिर अपनी बाणी च अगे फरमाउंदे हन, उच्चे मंदर सुंदर नारी, राम नाम बिन बाजी हारी। उच्चे मंदर सुंदर
राम नाम बिन बाजी हारे। मेरी जात कमीने पांत कमीने, ओछा जन्म हमारा। तुम शरणागत राजा रामचंद, कह रविदास चमारा। उच्चे मंदर सुंदर नारी, राम नाम बिन बाजी हारे। मेरी जात कमीने पांत कमीने, ओछा जन्म हमारा। तुम शरणागत राजा रामचंद, कह रविदास चमारा। गुरु जी इस मनुख नूं समझा रहे ने कि ऐ मनुख, तू किस चीज का गुमान कर रहे है, किस दा हंकार कर रहे है। ये उच्चे मंदिर सुंदर नारी, राम नाम बिन बाजी हारी। ऐ जिहड़े तू महल मकान कह रहे है ना, जे इत्थों तक ही तू सीमत है ते समझ लै तू मनुखी चोले नूं हार के जा रहे है। उच्चे मंदिर सुंदर नारी, ये महल मकान, ये रहन वास्ते ते जानवर भी अपने घर बना ही लेंदे ने। साडा परिवार है, जानवरां दा भी है, असी पेट पूरा करते हाँ, जानवर भी कर लेंदे। विग्यानक ने ते इत्थों तक कह दिता कि बंदा सौंदा ते बनस्पति भी सौ जाया करती। ऐ जितने भी कर्म ने साडे बराबर बराबर ने, जानवरां दे ते इंसान दे। इंसानी गुण एहो ही ज्यादा कि मालिक दा नाम जप सकदा है, जानवर नहीं जप सकते। ते जेकर असी इंसानी चोला लैकर के नाम नहीं जपिया ते फिर साडे च ते जानवरां च फर्क कोई नहीं। कबीर सो दिन गए आकार थी, संगत मिलियो ना संत। प्रेम बिना पशु जीवना, भगत बिना भगवंत। है इंसान, जेकर तू मालिक दा नाम नहीं जपिया तो तेरे च ते जानवर च कोई भी फर्क नहीं है। असी जानवर नहीं बनना, असी इंसान हाँ। इंसाना वाले गुणां नूं अपने च लियाना है। मेरी जात कमीनी पात कमीनी, होसा जन्म हमारा। तुम शरणागत राजा रामचंद, कहे रविदास चमारा।
मेरी जात कमीनी। कईयां दी सोच है कि सैंत गुरु जी ने अपनी जाति जो रविदासिया समाज च उन्हां दा जन्म होया तां करके जात कमीनी किया। नहीं, वो जात नहीं, उन्हां ने मनुख दी गल कीती है। मनुख कितना महान सी। प्रभु ने इनू अपने वर्गा बना के भेजिया सी ते कहा सी इस दुनिया में तेरी सिकदारी अवर जुन तेरी पनहारी। जा जीव मैं तेनू सारियां जूना दा सरदार बना के भेज रहा, मैं तेनू महान बना के भेज रहा। पर ज्यों ही ये दुनिया विच आया अवगुणां नाल प्यार पा लिया, विकारां दी नाल प्यार पा लिया, जिस करके ना अपनी पहचान बिल्कुल नकम्मी जी कर ली। अज इंसान नूं लोकी इंसान ही नहीं कहंदे, कहंदे तू किहड़े जानवर दी गल कर रहे हैं, क्योंकि एहो जे अवगुण विच अपने च लैन दे के इनू लोकी जानवर कहन लई मजबूर हो गए। जात कमीनी पात कमीनी होसा जन्म हमारा। इहदे कर्म भी निकम्मे जे हो गए ते जन्म भी निकम्मा हो गया, क्योंकि जदों कर्म ही चंगे नहीं रहे तो जन्म कित्थों होना सी चंगा। ऐ मालिका मैं तेरे चरना च आया, मेरा महान कर्म हो जाए तुम शरणागत। राजा रामचंद कहे रविदास चमारा। मालिका मैं तेरे चरना विच आया। रामचंद उस मालिक नूं संबोधन कीता। बहुत सारे लोकां दी सोच है कि दशरथ दे बेटे राम लई इन्हां कहा, नहीं, इन्हां ने सीधा सीधा अपनी बाणी च कहता सी रविदास हमारो राम तो दशरथ का सुतना है। मेरा राम दशरथ दा पुत्र राम नहीं है। मेरा राम केड़ा है? जो विश्व कुटुंब माए पूरे विश्व च जो समाया होया है, जो रमिया होया है, उसनू राम कहा। पातशाह जी ने कहंदे मालिका मैं तेरी शरण विच आया ताकि मेरे बुरे कर्म जेड़े खत्म हो जान, मेरी जेड़ी पहचान है महान बन सके। मैं नीच पहचान वाला ना रवा, मैं ऊंच पहचान वाला हो जा। नीचे ऊंच करे मेरा गोबिंद काहू ते ना डरे। है मालिका तू महान बना दिन्ने, ऊंच बना दिन्ने, किरपा कर साडे ते, बख्शिश कर सानू, महान बना दे, ऊंच बना दे। यही बेनती है। तो गुरु प्यारी सत संगत जी, असी भी मालिक दे चरना दे विच यही बेनतियां करते रहना, यही अर्जोइयां करते रहना कि ऐ मालिका साडे ते भी किरपा कर, साडे ते भी बख्शिशां कर, सानू भी महान बना, सानू ऊंच बना दे। ये सतगुर जी ये साडे ते किरपा करनी, बख्शिश करनी। सो गुरु प्यारी सत संगत जीओ, इस शब्द दे विच गुरु जी ने एक विग्यानक ढंग दे नाल सानू ये समझाने की कोशिश की है कि आखिर इंसान जेड़ा इहदी बनावट की है। गुरु जी जिथे बहुत वड्डे परमार्थ ते चलन वाले एक महान महापुरुष होए, उथे एक बहुत वड्डे विग्यानक भी होए। इन्हां दी बाणी च जदों तुसीं गहराई च जाओगे तो पता लग जाएगा। जिस तरह गुरु जी ने एक जगह कहा सी कि बिख अमृत बसे एक संगा, पानी दे लई कहता। अज तो 650 साल पहला ए दस दिता कि पानी दो गैसां दा मिश्रण है, ऑक्सीजन प्लस हाइड्रोजन। सो गुरु प्यारी सत संगत जी, उस महान महापुरुष दे चरनां नाल आप जुड़े हुए हो। असी उन्हां दी जेड़ी जिथे उन्हां दे शब्द दे नाल जुड़ना है, उत्थे नाल नाल असी उन्हां दे महान विग्यानक सोच नूं भी लैना है। ये अपने जीवन च अपनाना है। असी
ਅੰਧ ਵਿਸ਼ਵਾਸ 'ਚ ਨਹੀਂ ਰਹਿਣਾ। ਉਹਨਾਂ ਨੇ ਅੰਧ ਵਿਸ਼ਵਾਸ ਵਾਲੀ ਭਗਤੀ ਨਾਲ ਨਹੀਂ ਜੋੜਿਆ ਸਾਨੂੰ, ਸਗੋਂ ਉਹਨਾਂ ਨੇ ਸਾਨੂੰ ਅਧਿਆਤਮਕ ਨਾਲ ਸਾਨੂੰ ਵਿਗਿਆਨਕ ਸੋਚ ਨਾਲ ਜੋੜਿਆ। ਉਸ ਸੋਚ ਨੂੰ ਵੀ ਆਪਣੇ ਜੀਵਨ 'ਚ ਰੱਖਣਾ ਹੋਏਗਾ। ਇਹੀ ਸਤਿਗੁਰੂ ਜੀ ਦਾ ਫਰਮਾਨ ਹੈ। ਆਖਰ ਦੇ ਵਿੱਚ ਇੱਕ ਦੋ ਜ਼ਰੂਰੀ ਸੂਚਨਾ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਸੰਗਰਾਂਦ ਹੈ ਉਹ 15 ਤਰੀਕ ਨੂੰ ਆ ਰਹੀ ਹੈ, ਤੇ ਹਰ ਜਦੋਂ ਦਾ ਕੋਵਿਡ-19 ਸ਼ੁਰੂ ਹੋਇਆ, ਇਹ ਕਰੋਨਾ ਤੋਂ 2 ਸਤਸੰਗ ਸੰਗਰਾਂਦ ਨੂੰ ਹੁੰਦੇ ਨੇ। ਉਸੇ ਤਰ੍ਹਾਂ ਹੋਵੇਗਾ, ਇੱਕ 10 ਤੋਂ 11 ਤੇ ਇੱਕ ਤੋਂ 2। ਜੋ ਮਹਾਰਾਸ਼ਟਰ ਦੇ, MP ਦੇ, UP ਦੀਆਂ ਸੰਗਤਾਂ, ਉਹਨਾਂ ਦੇ ਵੈਸੇ ਬਾਰ-ਬਾਰ ਫੋਨ ਆਉਂਦੇ ਨੇ ਕਿ ਹਿੰਦੀ 'ਚ ਵੀ ਸਤਸੰਗ ਹੋਣਾ ਚਾਹੀਦਾ। ਤੋ ਸੰਗਰਾਂਦ ਦਾ ਜਿਹੜਾ ਆਨਲਾਈਨ ਸਤਸੰਗ ਹੈ ਉਹ ਸੁਬਹ ਵਾਲਾ ਉਹ ਹਿੰਦੀ 'ਚ ਹੋਵੇਗਾ, ਤੇ ਜਿਹੜਾ ਦੁਪਹਿਰ ਦਾ ਸਤਸੰਗ ਹੈ 1 ਤੋਂ 2 ਵਜੇ ਤੱਕ ਉਹ ਜਿਹੜੀ ਸਾਡੀ ਖੇਤਰੀ ਭਾਸ਼ਾ ਹੈ ਪੰਜਾਬੀ 'ਚ ਹੋਵੇਗਾ। ਤੇ ਇਹਦੇ ਨਾਲ ਹੀ ਇੱਕ ਹੋਰ ਬੇਨਤੀ ਹੈ ਕਿ ਪਿੱਛੇ ਵੀ ਜਿਸ ਤਰ੍ਹਾਂ ਦੱਸਿਆ ਸੀ, ਬਹੁਤ ਸਾਰੇ ਸੰਗਤਾਂ ਉਹ ਸੇਵਾ ਦਾ ਲਾਭ ਵੀ ਉਠਾ ਰਹੀਆਂ ਨੇ ਕਿ ਡਾਕਟਰ ਰਮਨ ਅਤਰੀ ਹਰ ਐਤਵਾਰ ਨੂੰ ਇੱਥੇ ਸੇਵਾ ਨਿਭਾਉਂਦੇ ਨੇ, ਤੇ ਉਹਦੇ ਤੋਂ ਇਲਾਵਾ 3 ਦਿਨ ਵਾਸਤੇ ਉਹ ਸ਼ਾਮ ਨੂੰ ਕੋਈ 6 ਵਜੇ ਤੋਂ ਲੈ ਕੇ 7 ਵਜੇ ਤੱਕ ਪਰ ਡੇਰੇ 'ਚ ਵੀ ਬੈਠਦੇ ਨੇ ਤਪੋ ਸਥਾਨ। ਜਿਨ੍ਹਾਂ ਨੂੰ ਵੀ ਕੋਈ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੋਵੇ, ਖਾਸ ਕਰਕੇ ਹੱਡੀਆਂ ਦੇ ਰੋਗਾਂ ਦੀ, ਤਾਂ ਉਹ ਉਹਨਾਂ ਨਾਲ ਮਿਲ ਸਕਦਾ ਡੇਰੇ 'ਚ ਵੀ। ਔਰ ਜੇ ਅੱਗੇ ਪਿੱਛੇ ਕਿਸੇ ਨੂੰ ਜ਼ਰੂਰਤ ਹੋਏ ਤਾਂ ਵੀ ਉਹ ਆਸ਼ਰਮ ਦੇ ਵਿੱਚ ਉਹਨਾਂ ਨਾਲ ਮਿਲ ਸਕਦਾ। ਤੇ ਇਹਦੇ ਨਾਲ ਹੀ ਜੋ ਸੂਚਨਾ ਦਿੱਤੀ ਸੀ, ਬਹੁਤ ਸਾਰੀਆਂ ਸੰਗਤਾਂ ਉਦਾਸ ਨੇ ਕਿ ਨਹੀਂ ਅਸੀਂ ਭੰਡਾਰੇ 'ਚ ਆਉਣਾ ਚਾਹੁੰਦੀਆਂ, ਤਾਂ ਭੰਡਾਰੇ 'ਚ ਉਹ ਆ ਸਕਦੀਆਂ ਨੇ। ਲੇਕਿਨ ਜਿਸ ਤਰ੍ਹਾਂ ਸੈਕਟਰੀ ਜੀ ਨੇ ਕਿਹਾ ਕਿ ਜੋ ਮੈਡੀਕਲ ਵਾਲੇ ਦੱਸਦੇ ਨੇ ਮਾਸਕ ਜ਼ਰੂਰ ਪਹਿਨ ਕੇ ਆਉਣਾ। ਸੁਵਿਧਾ ਸਾਡੇ ਕੋਲ ਜਿਵੇਂ ਜਗ੍ਹਾ ਦੀ ਹੈ ਹੀ ਹੈ, ਜਿਸ ਤਰ੍ਹਾਂ ਸੇਵਾਦਾਰਾਂ ਨੇ ਦੱਸਿਆ ਹੋਇਆ 4-4 ਫੁੱਟ ਦੀ ਦੂਰੀ 'ਤੇ ਬੈਠਣਾ, ਠੀਕ ਉਸੇ ਤਰ੍ਹਾਂ ਹੀ ਤੁਸੀਂ ਬੈਠਣਾ। ਤਾਂ ਉਹ ਅਸੀਂ ਧਿਆਨ ਰੱਖਣਾ, ਕਿਉਂਕਿ ਖਤਰਾ ਕਹਿੰਦੇ ਅਜੇ ਟਲਿਆ ਨਹੀਂ ਹੈ। ਤਾਂ ਇਹਦੇ ਨਾਲ ਹੀ ਸਾਨੂੰ ਚੱਲਣਾ ਪਵੇਗਾ ਤੇ ਆਪਣੀ ਸੁੱਖ ਸੁਵਿਧਾ ਵੱਲ ਵੀ ਧਿਆਨ ਰੱਖਣਾ। ਉਸ ਦਿਨ ਅਸੀਂ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ, ਜੈ ਗੁਰੂ ਰਵਿਦਾਸ। ਆਓ ਸਾਰੀਆਂ ਸੰਗਤਾਂ ਆਰਤੀ ਨਾਲ ਨਾਮ ਤੇਰੋ ਆਰਤੀ ਭਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਭਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਸਣੋ, ਨਾਮ ਤੇਰੋ ਉਰਸਾ, ਨਾਮ ਤੇਰੋ ਆਸਣੋ, ਨਾਮ ਤੇਰੋ ਉਰਸਾ। ਨਾਮ ਤੇਰਾ ਕੇਸਰੋ ਲੈ ਛਟਕਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨਾ, ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ। ਗਸ ਜਪੇ ਨਾਮ ਲੈ ਤੁਝੇ ਕੋ ਚਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ
तेरा दीवा, नाम तेरो बाती, नाम तेरा दीवा, नाम तेरो बाती, नाम तेरो तेल ले माए पसारे, हर के नाम बिन झूठे सगल पसारे। नाम तेरे की जोत लगाई, नाम तेरे की जोत लगाई, पेयो जे आरो पवन सगला, अरे हर के नाम बिन झूठे सगल पसारे। नाम तेरो तागा, नाम फूल माला, नाम तेरो तागा, नाम फूल माला, पारे 18 सगल जोठा, अरे हर के नाम बिन झूठे सगल पसारे। तेरो किया तुझे क्या यार प्यो, तेरो किया तुझे क्या यार प्यो, नाम तेरा तू ही चवर डोलारे, हर के नाम बिन झूठे सगल पसारे। 10 8 68 चारे खानी, 10 8 68 चारे खानी, ये बर्तन है सगल संसार, अरे हर के नाम बिन झूठे सगल पसारे। कहे रविदास नाम तेरो हारती, कहे रविदास नाम तेरो हारती, 7 नाम है हर भोग तोहारे, हर के नाम बिन झूठे सगल पसारे। नाम तेरो आरती मजन मोरा, अरे हर के नाम बिन झूठे सगल पसारे, हर के नाम बिन झूठे सगल पसारे। अरदास रविदास नाम का जगत में चंडा गड़ाय पार, पाप पुरुष सब थक गए जिसे न पर्या पार। रविदास नाम का जगत में सूरज चमक रहा, उपदेश लिया जिस गुरु से हृदय दमक रहा। रविदास नाम इस जगत में है लालन के, प्राप्ति उनको है सही सतगुर जिन पर दयाल। सवास जाए परवाह न करूं पुन पुन लायो वाक। भगत जान बैराग की तरो अपना हाथ। विनती करूं हाथ जोड़ के सुनो गुरु रविदास, कृपा
कीजे उदास पे करो बुद्ध प्रकाश। सोहंग नाम जहाज है, चढ़े सो तरे पार।